24 पौड़ियां तक सतगुਰਾਂ ने पावन उपदेश बख्शिश किया है। परमात्मा दे सलाहण वाले बहुत ने। सतगुरु कहते ने सलाहणे योग जो परमात्मा है उहदी सलाहता करिया करो अते अंत उहदा पाया नहीं जा सकता। नानक नदरी करमी दात। नदरी जो परमात्मा है नदर दे करन वाला ਉਹਦੀ ਕਿਰਪਾ ਨਾਲ ਨਦਰੀ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਨਦਰੀ ਅੱਖਰ ਦੋਨਾਂ ਨੂੰ ਹੀ ਵਰਤਿਆ ਜਾਂਦਾ ਹੈ। ਵਾਹਿਗੁਰੂ ਵੀ ਨਦਰੀ ਨੇ, ਸਤਿਗੁਰੂ ਵੀ ਨਦਰੀ ਨੇ, ਨਦਰ ਕਰਨ ਵਾਲੇ ਨੇ। ਨਾਨਕ ਨਦਰੀ ਕਰਮੀ ਜੋ ਕਰਮ ਕਰਨ ਵਾਲਾ ਜੀਵ ਹੈ। ਦਾਤ ਕਰਮ ਤੋਂ ਭਾਵ ਬਖਸ਼ਿਸ਼ ਹੈ। ਸਤਿਗੁਰੂ ਆਪਣੀ ਬਖਸ਼ਿਸ਼ ਕਰਦੇ ਨੇ, ਦਾਤਾਂ ਦਿੰਦੇ ਹਨ ਜੀਵਾਂ ਨੂੰ। ਇਸ ਤਰ੍ਹਾਂ ਮਹਾਰਾਜ ਨੇ ਜਦੋਂ ਬਖਸ਼ਿਸ਼ ਕਰਕੇ ਦੱਸਿਆ ਕਿ ਕਰਮ ਕਰਦਾ ਪਰਮਾਤਮਾ, ਬਖਸ਼ਿਸ਼ ਕਰਦਾ ਜੀਵਾਂ ਦੇ ਉੱਤੇ, ਹੁਣ ਅਗਲਾ ਪ੍ਰਸ਼ਨ ਖੜਾ ਹੋ ਗਿਆ। ਸੋ ਸਿੱਧ ਕਹਿਣ ਲੱਗੇ ਕਿ ਮਹਾਰਾਜ ਉਹ ਪਰਮਾਤਮਾ ਦਾ ਜੋ ਆਪ ਕਹਿੰਦੇ ਕਰਮ ਹੈ, ਅਨੁਗ੍ਰਹ ਹੈ, ਕਿੰਨਾ ਕੁ ਵੱਡਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵਾਹਿਗੁਰੂ ਦੇ ਕਰਤੱਤਾਂ ਦਾ, ਉਹਦੀ ਕਿਰਪਾ ਦਾ, ਕਰਮ ਬਖਸ਼ਿਸ਼ ਦਾ, ਅਨੁਗ੍ਰਹ ਦਾ ਬਿਆਨ ਕਥਨ ਤੋਂ ਬਾਹਰ। ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ। ਅਨੁਗ੍ਰਹ ਹੁੰਦੀ ਵਿਸ਼ੇਸ਼ ਕਿਰਪਾ, ਕਿਉਂਕਿ ਜੇ ਤੁਸੀਂ ਕਹੋਗੇ ਕਿ ਉਹਦੀ ਬਖਸ਼ਿਸ਼ ਦਾ ਅੰਤ ਆ ਗਿਆ ਤੇ ਇਹਦਾ ਮਤਲਬ ਪਰਮਾਤਮਾ ਦਾ ਵੀ ਅੰਤ ਆ ਗਿਆ। ਸਿੱਧਾਂ ਦੇ ਮਨ ਦੇ ਵਿੱਚ ਹਲੇ ਓਨੀ ਸ਼ਰਧਾ ਨਹੀਂ ਬਣੀ। ਹਲੇ ਆਪਣੀ ਚਲਾਕੀ ਦੇ ਨਾਲ ਬਹੁਤ ਸਾਰੇ ਪ੍ਰਸ਼ਨ ਕਰਕੇ ਮਹਾਰਾਜ ਜੀ ਨੂੰ ਕਿਸੇ ਨਾ ਕਿਸੇ ਉਲਝਣ ਵਿੱਚ ਪਾਉਣਾ ਚਾਹੁੰਦੇ ਨੇ ਕਿ ਸਤਿਗੁਰੂ ਮਹਾਰਾਜ ਕਿਸੇ ਗੱਲ ਵਿੱਚ ਅਟਕ ਜਾਣ ਅਤੇ ਅਸੀਂ ਕਹੀਏ ਕਿ ਆਹ ਦੇਖੋ ਜੀ ਮਹਾਰਾਜ ਨੂੰ ਆਹ ਗੱਲ ਨਹੀਂ ਆਈ, ਇਸ ਕਰਕੇ ਫਿਰ ਸਾਡੀ ਜਿੱਤ ਹੋ ਜਾਵੇਗੀ। ਸੋ ਮਹਾਰਾਜ ਕਹਿੰਦੇ ਨੇ ਸਭ ਨਿੱਕਿਆਂ ਤੋਂ ਲੈ ਕੇ ਵੱਡਿਆਂ ਤੋਂ ਵੱਡਿਆਂ ਤੱਕ ਉਹ ਦਾਤੇ ਪਾਸੋਂ ਪਦਾਰਥ ਮੰਗ ਕੇ ਆਪਣੀਆਂ ਲੋੜਾਂ ਨੂੰ ਪੂਰਾ ਕਰਦੇ ਨੇ ਅਤੇ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਬਿਨਾਂ ਕਿਸੇ ਲਾਲਚ ਦੇ ਸਾਰਿਆਂ ਨੂੰ ਦਾਤਾਂ ਦੇਈ ਜਾਂਦੇ ਨੇ। ਸੋ ਇਸ ਕਰਕੇ ਇਹ ਗੱਲ ਧਿਆਨ ਨਾਲ ਸੁਣ ਲਓ ਕਿ ਜੋ ਪਰਮਾਤਮਾ ਦੀ ਕਿਰਪਾ ਹੁੰਦੀ ਜੀਵਾਂ ਦੇ ਉੱਤੇ, ਜੋ ਬਖਸ਼ਿਸ਼ ਹੁੰਦੀ, ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਬਹੁਤਾ ਕਰਮ ਲਿਖਿਆ ਨਾ ਜਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਵਾਹਿਗੁਰੂ ਦਾ ਜਿਹੜਾ ਕਰਮ ਹੈ ਨਾ, ਉਹਦੀ ਜੋ ਬਖਸ਼ਿਸ਼ ਹੈ ਉਹ ਇੰਨਾ ਜ਼ਿਆਦਾ ਵੱਡਾ ਹੈ ਕਿ ਕਥਨ ਤੋਂ ਬਾਹਰ ਹੋਣ ਕਰਕੇ ਕਿਸੇ ਕੋਲੋਂ ਵੀ ਨਹੀਂ ਲਿਖਿਆ ਜਾਂਦਾ, ਨਾ ਜਾਣਿਆ ਜਾਂਦਾ, ਨਾ ਲਿਖਿਆ ਜਾਂਦਾ। ਵਾਹਿਗੁਰੂ ਦੀ ਬਖਸ਼ਿਸ਼ ਹੈ ਨੀਕੀ ਕੀਰੀ ਮਹਿ ਕੱਲ ਰਾਖੈ। ਭਾਵੇਂ ਉਹਨਾਂ ਦੀ ਜੀ ਕਰੇ ਨਿੱਕੀ ਜੀ ਕੀੜੀ 'ਚ ਸ਼ਕਤੀ ਰੱਖ ਦੇਣ, ਲਸ਼ਕਰ ਕਰੇ, ਸੋ ਲੱਖਾਂ ਹੀ ਜਿਹੜੀਆਂ ਫੌਜਾਂ ਨੇ ਉਹਨਾਂ ਨੂੰ ਸਵਾਹ ਕਰ ਸਕਦੀ ਇੱਕ ਕੀੜੀ। ਇਸ ਕਰਕੇ ਮਹਾਰਾਜ ਫਰਮਾਉਂਦੇ ਨੇ ਕਿ ਪ੍ਰਮਾਤਮਾ ਖਿਨ ਮਹਿ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ। ਬੰਦਾ ਹੈ ਕੋਈ ਵੀ ਹੈ ਉਹ ਜ਼ੀਰੋ ਹੈ। ਮਹਾਰਾਜ ਕਹਿੰਦੇ ਨੇ ਪਰਮਾਤਮਾ ਨੇ ਭਰਨਾ ਹੈ ਖਾਲੀ ਨੂੰ। ਖਾਲੀ ਹੈ ਇਨਸਾਨ, ਕੋਈ ਵੀ ਚੀਜ਼ ਖਾਲੀ ਹੈ। ਖਾਲੀ ਸੀ ਬ੍ਰਹਿਮੰਡ ਸਾਰਾ। ਜਦੋਂ ਇੱਥੇ 5 ਤੱਤ ਵੀ ਨਹੀਂ ਸਨ ਤਦੋਂ ਪਰਮਾਤਮਾ ਦੇਵ ਨੇ ਦੇਖੋ 5 ਤੱਤਾਂ ਨਾਲ ਉੱਤੇ ਅਸਮਾਨ, ਤਾਰੇ, ਥੱਲੇ ਧਰਤੀਆਂ ਭਰ ਦਿੱਤੇ। ਅੰਦਾਜ਼ਾ ਲਾਓ ਵੀ ਜੇ ਤਾਰੇ ਹੀ ਨਾ ਹੋਣ ਤੇ ਅਸਮਾਨ ਨਾ ਨਜ਼ਰ ਆਵੇ, ਥੱਲੇ ਧਰਤੀਆਂ ਹੀ ਨਾ ਹੋਣ, ਇੱਥੇ ਕੁਛ ਵੀ ਨਾ ਹੋਵੇ, ਫੇਰ ਕੁਛ ਵੀ ਨਹੀਂ ਹੈ। ਪਰ ਇਸੇ ਪ੍ਰਕਾਰ ਮਨੁੱਖ ਜਦੋਂ ਜਨਮ ਲੈਂਦਾ ਤਾਂ ਉਹ ਕੁਛ ਵੀ ਨਹੀਂ ਹੁੰਦਾ। ਜਦ ਅਕਬਰ ਨੇ ਜਨਮ ਲਿਆ ਉਦੋਂ ਹੜ੍ਹ ਆਏ ਹੋਏ ਸੀ ਤੇ ਦਰਖਤ ਦੇ ਉੱਤੇ ਜਨਮ ਹੋਇਆ, ਪਰ ਬਣ ਗਿਆ ਰਾਜਾ। ਜਿਹਦੇ ਕੋਲ ਘਰ ਘਾਟ ਨਹੀਂ ਹੁੰਦਾ ਉਹਨੂੰ ਰਾਜਾ ਬਣਾ ਦਿੰਦੇ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਬੰਦੇ ਵਿੱਚ ਆਪੋਂ ਕੁਛ ਨਹੀਂ ਹੁੰਦਾ, ਸਭ ਉਹਦਾ ਕਰਮ ਹੈ, ਬੰਦੇ ਤੇ ਬਖਸ਼ਿਸ਼ ਹੈ। ਪਰ ਬੰਦਾ ਇਸ ਚੀਜ਼ ਨੂੰ ਨਹੀਂ ਸਮਝਦਾ ਕਿ ਮੇਰੇ ਉੱਤੇ ਉਹਦਾ ਕਰਮ ਹੋਇਆ, ਕਿਰਪਾ ਹੋਈ ਹੈ, ਬਖਸ਼ਿਸ਼ ਹੋਈ ਹੈ।
ਬੰਦਾ ਆਪੇ ਨੂੰ ਭੁੱਲ ਜਾਂਦਾ। ਸਤਿਗੁਰੂ ਯਾਦ ਕਰਾਉਂਦੇ ਨੇ, ਰਾਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸੀ ਗਾਰਿਆ, ਗਰਭ ਅਗਰ ਮੈਂ ਜਿਨਹਿ ਉਬਾਰਿਆ, ਬਾਰ ਬਵਸਥਾ ਤੁਝੈ ਪਿਆਰਾ ਦੂਧ, ਭਰ ਜੋਵਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਅਪਿਆਉ ਬੈਠ ਕਉ ਦੈਨ, ਇਹ ਨਿਰਗੁਣ ਗੁਣ ਕਛੂ ਨ ਬੂਝੈ, ਬਖਸ਼ ਲਿਓ ਤਾਂ ਨਾਨਕ ਸੀਜੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ, ਸੱਚ ਵਡਾਈ ਕੀਮ ਨਾ ਪਾਈ, ਕੁਦਰਤ ਕਰਮ ਨਾ ਕਹਿਣਾ ਜਾਈ। ਉਹਦੀ ਵਡਿਆਈ ਸੱਚੀ ਹੈ, ਉਹਦੀ ਕੀਮਤ ਨਹੀਂ ਪਾਈ ਜਾਂਦੀ। ਉਹਦੀ ਉਸ ਕੁਦਰਤੀ ਪ੍ਰਮਾਤਮਾ ਦਾ ਜਿਹੜਾ ਕਰਤੱਵ ਵੀ ਨਹੀਂ ਕਿਹਾ ਜਾ ਸਕਦਾ। ਉਹ ਦਾਤਾ ਹੈ ਕਿ ਅਦਾਤਾ ਹੈ। ਸਤਿਗੁਰੂ ਕਹਿੰਦੇ ਉਹ ਨਿਰੰਕਾਰ ਸਾਰਿਆਂ ਦਾ ਹੀ ਦਾਤਾ ਹੈ। ਵੱਡਾ ਹੈ ਕਿ ਛੋਟਾ ਹੈ? ਕਹਿੰਦੇ ਸਭ ਤੋਂ ਵੱਡਾ ਹੈ। ਵੱਡਾ ਦਾਤਾ ਉਹ ਨਿਰੰਕਾਰ ਜਿਹੜਾ ਹੈ ਨਾ, ਖਸਮ ਵੱਡਾ ਦਾਤਾਰ ਹੈ, ਜੋ ਇੱਛੇ ਸੋ ਫਲ ਪਾਏ। ਤੂੰ ਭੰਨਣ ਘੜਨ ਸਮਰੱਥ ਦਾਤਾਰ ਹੈ, ਤੁਧ ਅੱਗੇ ਮੰਨਣ ਨੂੰ ਹੱਥ ਜੋੜ, ਖਲੀ ਸਭ ਕੋ ਹੋਈ, ਤੁਧ ਜੀਵੜ ਦਾਤਾਰ ਮੈਂ ਕੋਈ ਨਦਰ ਨਾ ਆਵਈ, ਤੁਧ ਸਭ ਸੈ ਨੂੰ ਦਾਨ ਦਿੱਤਾ, ਖੰਡੀ ਬਰਪੰਡੀ ਪਾਤਾਲੀ ਪੁਰੀ ਸਭ ਲੋਈ। ਮਹਾਰਾਜ ਕਹਿੰਦੇ ਵੱਡਾ ਦਾਤਾ ਤਿਲ ਨਾ ਤਮਾਏ, ਨਾਨਕ ਮਿਲੀਐ ਸ਼ਬਦ ਕਮਾਏ। ਸ਼ਬਦ ਦੀ ਕਮਾਈ ਨਾਲ ਵੱਡਾ ਦਾਤਾ ਪ੍ਰਾਪਤ ਹੁੰਦਾ ਹੈ। ਜਿਉਂ-ਜਿਉਂ ਸ਼ਬਦ ਦਾ ਅਭਿਆਸ ਹੁੰਦਾ ਹੈ, ਤਿਉਂ-ਤਿਉਂ ਪ੍ਰਾਪਤੀ ਹੁੰਦੀ ਜੀਵ ਨੂੰ। ਅਸਲ ਵਿੱਚ ਪ੍ਰਾਪਤੀ ਜੀਵ ਨੂੰ ਇਸ ਕਰਕੇ ਨਹੀਂ ਛੇਤੀ ਹੁੰਦੀ। ਕਈ ਕਹਿੰਦੇ ਬੰਦੇ ਬਾਣੀ ਬਹੁਤ ਪੜ੍ਹਦੇ ਨੇ, ਉਹਨੂੰ ਪ੍ਰਾਪਤੀ ਨਹੀਂ ਹੋਈ, ਕਿਉਂਕਿ ਬੰਦੇ ਦਾ ਨਿਸ਼ਾਨਾ ਇੱਕ ਨਹੀਂ ਹੁੰਦਾ। ਜੇ ਸਿਰਫ ਇੱਕ ਪਰਮਾਤਮਾ ਦੇ ਨਿਸ਼ਾਨੇ ਨੂੰ ਰੱਖ ਕੇ ਪ੍ਰਾਪਤੀ ਲਈ ਬਾਣੀ ਪੜ੍ਹੀਏ ਤਾਂ ਪ੍ਰਾਪਤ ਹੋਵੇ ਪਰਮਾਤਮਾ। ਕਿਉਂਕਿ ਮਨੁੱਖ ਬਾਣੀ ਪੜ੍ਹਦਿਆਂ ਹੋਇਆਂ ਭਾਵੇਂ ਕਿੰਨਾ ਹੀ ਪਰਮਾਤਮਾ ਲਈ ਪਾਠ ਕਰੇ, ਦਰਸ਼ਨਾਂ ਦੀ ਦਾਤ ਮੰਗੇ, ਨਾਮ ਦੀ ਦਾਤ ਮੰਗੇ, ਪਰ ਫਿਰ ਵੀ ਮਨ 'ਚ ਖਿਆਲ ਆ ਜਾਂਦਾ ਕਿ ਉਹ ਕੰਮ ਸੀ, ਉਹ ਪੈਸੇ ਦੇਣੇ ਸੀ, ਉਹ ਲੈਣੇ ਸੀ, ਫਲਾਨਾ ਆਹ ਕੰਮ ਸੀ, ਉਹ ਜੇ ਹੋ ਜਾਂਦਾ ਚੰਗਾ ਸੀ। ਆਪਣੇ ਕੰਮਾਂ ਲਈ ਮਹਾਰਾਜ ਅੱਗੇ ਬੇਨਤੀ ਕਰੀ ਜਾਂਦਾ। ਉਹ ਫਿਰ ਜਿਹੜੀ ਪੜ੍ਹੀ ਹੋਈ ਬਾਣੀ ਹੈ, ਉਹ ਪਰਮਾਤਮਾ ਦੀ ਪ੍ਰਾਪਤੀ ਤਾਂ ਰਹਿ ਗਈ ਵਿੱਚ ਹੀ। ਮਹਾਰਾਜ ਕਹਿੰਦੇ ਪਹਿਲਾਂ ਫਿਰ ਤੂੰ ਆਹੀ ਕੰਮ ਕਰ ਭਾਈ, ਪਹਿਲਾਂ ਤੈਨੂੰ ਪੈਸੇ ਹੀ ਦਿੰਦੇ ਆ, ਪਹਿਲਾਂ ਤੇਰੇ ਕੰਮ ਸਵਾਰਦੇ ਆ। ਕਿਉਂਕਿ ਜੇ ਤੇਰੇ ਫੁਰਨੇ ਏਦਾਂ ਹੀ ਰਹਿੰਦੇ ਗਏ ਤਾਂ ਤੂੰ ਸਾਡੇ ਤੱਕ ਕਿਵੇਂ ਪਹੁੰਚੇਗਾ। ਇਸ ਕਰਕੇ ਪਹਿਲਾਂ ਫੁਰਨੇ ਹੀ ਪੂਰੇ ਕਰਦੇ ਨੇ ਸਿੱਖ ਦੇ। ਜਿਵੇਂ 10ਵੇਂ ਪਾਤਸ਼ਾਹ ਮਹਾਰਾਜ ਨੇ ਵੀ ਇਹੀ ਕਿਹਾ ਸੀ ਕਿ ਪਹਿਲਾਂ ਅਸੀਂ ਸਿੱਖ ਦੇ ਫੁਰਨੇ ਹੀ ਪੂਰੇ ਕਰਦੇ ਹਾਂ ਸਾਰੇ। ਜਦੋਂ ਐ ਨਿਰਛਿਤ ਹੋ ਕੇ ਬੈਠ ਜਾਂਦਾ ਨਾ, ਕਈ ਜਨਮ ਲੰਘ ਜਾਂਦੇ ਨੇ ਨਿਰਛਿਤ ਹੋਣ ਨੂੰ, ਰੱਜੀ ਪੁੱਜੀ ਰੂਹ ਹੋ ਜਾਂਦਾ ਹੈ, ਕੋਈ ਤਮੰਨਾ ਨਹੀਂ ਹੈ। ਤਪਸਵੀ ਬਣਿਆ, ਭਗਤੀ ਕੀਤੀ ਬੰਦੇ ਨੇ, ਮਨ 'ਚ ਇੱਛਾ ਬਣੀ ਕਿ ਰਾਜਾ ਬਣਾ, ਰਾਣੀਆਂ ਹੋਣ, ਰਾਜ ਹੋਵੇ, ਉਹ ਬਣਿਆ ਰਾਜਾ। ਫੇਰ ਮਨ ਦਾ ਖਿਆਲ ਬਣਿਆ ਕਿ ਇਹਦੇ ਨਾਲੋਂ ਤਾਂ ਸਧਾਰਨ ਜਿਹਾ ਕਿ ਗ੍ਰਸਤੀ ਇਨਸਾਨ ਚੰਗਾ ਸੀ, ਮੈਂ ਐਵੇਂ ਜੰਜਾਲਾਂ ਨੂੰ ਫਸਿਆ। ਫੇਰ ਗ੍ਰਸਤੀ ਬਣ ਗਿਆ ਅਗਲੇ ਜਨਮ 'ਚ, ਸੇਵਾ ਭਗਤੀ ਕੀਤੀ, ਪਰ ਗ੍ਰਸਤ ਤੋਂ ਵੀ ਤੰਗ ਆ ਗਿਆ। ਬੱਚਿਆਂ ਨੇ ਪਰੇਸ਼ਾਨ ਕਰ ਦਿੱਤਾ, ਰਿਸ਼ਤੇਦਾਰਾਂ ਨੇ, ਲੋਕਾਂ ਨੇ। ਸੋਚਦਾ ਇਹਦੇ ਨਾਲ ਤਾਂ ਕਿਤੇ ਸਾਧੂ ਸੰਤ ਹੁੰਦਾ, ਕੁਟੀਆ ਪਾ ਕੇ ਇਕਾਂਤ ਬਹਿ ਕੇ ਭਗਤੀ ਕਰਦਾ। ਮਹਾਰਾਜ ਕਹਿੰਦੇ ਚੰਗਾ ਇਹ ਵੀ ਦੇਖ ਹੀ ਲੈ ਹੁਣ। ਫਿਰ ਇੱਕ ਜਨਮ ਉਹ ਦੇ ਦਿੰਦੇ ਨੇ। ਅਖੀਰ ਜਾ ਕੇ ਜਦੋਂ ਸਾਰੀਆਂ ਇੱਛਾਵਾਂ ਦੇ ਮੁਤਾਬਕ ਬਾਰ-ਬਾਰ ਜਨਮ ਲਈ ਜਾਂਦਾ ਹੈ ਤੇ ਇੱਕ ਜਨਮ ਫਿਰ ਐਸਾ ਵੀ ਆਉਂਦਾ ਜਦੋਂ ਰੱਜ ਕੇ ਕਹਿੰਦਾ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਮਹਾਰਾਜ ਮੈਨੂੰ ਨਹੀਂ ਕੁਛ ਚਾਹੀਦਾ। ਕਹਿੰਦੇ ਭਾਈ ਅਸੀਂ ਤਾਂ ਤੈਨੂੰ ਨਹੀਂ ਦਿੱਤਾ ਹੈ, ਇਹ ਤਾਂ ਤੂੰ ਆਪਣੀ ਇੱਛਾ ਨਾਲ ਸਾਡੇ ਕੋਲ ਮੰਗਿਆ। ਤੂੰ ਕਮਾਈ ਕੀਤੀ ਸੀ, ਤੂੰ ਮੰਗ ਮੰਗੀ, ਤੂੰ ਇੱਛਾ ਕੀਤੀ, ਅਸੀਂ ਤਾਂ ਇੱਛਾ ਪੂਰਕਾਂ ਤੇਰੀ ਇੱਛਾ ਪੂਰੀ ਕਰ ਦਿੱਤੀ। ਸਾਨੂੰ ਤਾਂ ਨਹੀਂ ਕੋਈ ਇਹ ਸੀ ਕਿ ਅਸੀਂ ਤੈਨੂੰ ਆਹ ਦੇਣਾ ਹੈ, ਤੇ ਤੇਰੀ ਆਪਣੀ ਮੰਗ ਸੀ। ਨਾ ਮੰਗ, ਨਿਰਮੰਗ ਹੋ ਜਾ, ਨਿਰਛਿਤ ਹੋ ਜਾ, ਜਾਂ ਤਾਂ ਤੂੰ ਮਹਾਰਾਜ ਕਹਿੰਦੇ ਮੇਰੇ ਤੇ ਛੱਡ ਦੇ ਕੇ ਸਤਿਗੁਰੂ ਜੋ ਤੁਸੀਂ ਦਵੋਗੇ ਅਸੀਂ ਉਹੀ ਲੈ ਲਾਂਗੇ। ਕਹਿੰਦੇ ਮੈਂ ਤਾਂ ਠੀਕ ਹੀ ਚਲਾ ਰਿਹਾ ਹੁੰਨਾ, ਪਰ ਤੇਰੀਆਂ ਇੱਛਾਵਾਂ ਬਹੁਤੀਆਂ ਹੀ ਖੜੀਆਂ ਹੋ ਜਾਂਦੀਆਂ ਲੋਕਾਂ ਨੂੰ ਦੇਖ ਦੇਖ ਕੇ। ਇਹਨਾਂ ਲੋਕਾਂ ਦੇ ਮਗਰ ਨਾ ਲੱਗ। ਮੈਂ ਵੀ ਲੋਕਾਂ ਵਾਂਗੂ ਬਹੁਤ ਕੁਛ ਕਰਨਾ, ਬਣਾਉਣਾ, ਆਹ ਕਰਨਾ, ਉਹ ਕਰਨਾ।
एक पासे मायावी बिरती है, एक पासे मेरी प्राप्ति चाहुंदा। जे मेरी प्राप्ति चाहुंदा तो मायावी बिरती का त्याग कर। सुते सिद्ध जो माया है, सुते सिद्ध पिछले जन्मां की कई बार दान की हुई करोड़ां अरबां भी मिल सकती है। सुते सिद्ध दो रोटियां भी मिल सकदियां ने, कोई पता नहीं परालब्ध की लिखी हुई मत्थे ते। इस करके महाराज कहते ने वड्डा दाता, वो बहुता वड्डा दाता है। रोजी ही राज बिलोकित, राज के रोख रूहान की रोजी न टारै। भावें कोई किड्डा ही औगण करे पर उहदी रोजी नूं परमात्मा टालदे नहीं हन। सो इस करके मूसे पैगंबर ने कहा सी कि दुनिया नूं रोजी रोटी देण दा काम मेरे ते छड्ड दिओ। महाराज कहते इथों दे नहीं होनी रोजी रोटी। कहना नहीं, मैं सब नूं देआंगा। सो उस वक्त देखिया कोई बंदा बहुत माड़ा कर्म कर रहा, उन्होंने रोटी नहीं दिती गुस्से च आके। शाम नूं परमात्मा ने पूछा अज रोटी दिती सब नूं? कहते हाँ जी, सारियां नूं रोजी रोटी देती, सब नूं देती। कहते एक बंदा क्यों छड्डिया? कहते महाराज मैं इहो जिहा पापी नहीं देखिया, कोई बहुत माड़ा काम कर रहा सी, इस करके छड़ दिता। परमात्मा हस के कहते तेरे बस की गल नहीं है, मैं औगण नहीं देखता, मैं रिजक दिंदा, मेरा काम रिजक देना है, औगण देखना नहीं है। गुण औगण सब विखे, इन बिन जंत न कोय। मृद सुगंध सुंदर अमर, पर कंटक पी होए। हुण कहंदे ने बड़ा सुंदर हुंदा है फुल, सुगंधी भी दिंदा, सोहना भी हुंदा, कोमल भी हुंदा, पर कंटक पी होए। कहते फुल नूं भी कंडे हुंदे ने। कुदरत दा कानून है, जिथे गुण ने उत्थे औगण जरूर हुंदे ने। 10वें पातशाह ने ऐसा वचन कीता है। महाराज कहते दुनिया दे अंदर कितना भी बंदा गुणवान होवे, औगण जरूर हुंदा, कोई ना कोई औगण आ जांदा विच। जे उहदे च 100% ही गुण होण तां फिर वो परमात्मा है, वो इंसान। इस करके एक औगण, दो औगण, 99 गुण होणगे कई बंदियां च। बहुत अच्छा बंदा पर गुस्सा ऐसा भैड़ा कि सारे ते ही पानी पा दिंदा। इस करके औगण ने जीव दे अंदर। महाराज कहते औगण नहीं मैं देखदा, रोटी सारिਆਂ ਨੂੰ देनी, वड्डा दाता ताइयों है। मूसा पैगंबर जे किते सारिਆਂ ਨੂੰ रोटी दे दिंदा फिर वो वड्डे दाते दी गिनती च आ जांदा। इस करके सतगुरु कहंदे ने वड्डा दाता, जिहदे कोलों सारे ही मंगदे ने, ब्रह्मा विष्णु महेश देवी देवता सब कोई मंग के उहदे तों फिर अगे वंड के फिर अपने आप नूं दाता कहाउंदे ने। नाले अकाल पुरख सतगुरु महाराज गुरमत दे कानून ने कि अन्न दा अधिकारी सब कोई, अन्न देण लगियां किसी दा औगण ना देखे, क्योंकि रोटी देनी, रोटी बिना उहदी शरीर ने काम नहीं करना। वो बिठा के समझा के औगण दूर करना वखरी गल है। इस करके वो वड्डा दाता है। फिर कहण लगे सिद्ध भी जिवें संसारी दाते दातां दिंदियां दिंदियां कई बार गुस्से च हो जाते ने, परमेश्वर भी तमो गुणी हो जाता। महाराज सच्चे पातशाह कहण लगे तिल ना तमाए, ਉਹਦੇ ਵਿੱਚ तिल जिन्ना भी रंचक मात्र भी तमो गुण तो भाव गुस्सा नहीं आउंदा। आपे मार जीवाले आपे तिसनो तिल न तमाई, वड्डा दाता तिल न तमाए। महाराज कहने जन नानक वडियाई आखै हर करते की, जिसनो तिल न तमाए। हर जियो दाता अगम अथाहा, उस तिल न तमाए वे प्रवाहा। फिर कहण लगे जो संसारी दाते ने वो अज्ञानी हुंदे ने, परमेश्वर भी उसे तरह ही होवेगा। तां महाराज ने फरमाया तिल न तमाए सिद्धो, ਉਹਦੇ ਵਿੱਚ तिल मात्र भी तमाए तो भाव अज्ञान रूप तम आए, हनेरा नहीं है। संसारी दाते जब दान दिंदे ਹਨ ਤਾਂ ਕੋਈ ਨਾ ਕੋਈ ख्वाहिश ਰੱਖਦੇ ਨੇ कि ਮੈਨੂੰ ਇਹਦੇ बदले ਵਿੱਚ आ मिले। परमेश्वर के मन च कोई ख्वाहिश हुंदी होवेगी, मेरी वडियाई होवे जां कोई होर। महाराज कहण लगे ਉਹਨੂੰ तिल मात्र भी तमाए हुंदी ख्वाहिश नहीं है, वो तो सगों सब दियां मुरादां पूरीआं करदा है। ਜਿਹੜੇ दाते संसार दे अंदर अपने आप नूं कहाउंदे ने
ਸੂਰਜ ਪ੍ਰਕਾਸ਼ ਵਿੱਚ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਆਵੇਗੀ। ਇੱਕ ਉਹ ਦਾਤੇ ਨੇ ਦੁਨੀਆ ਦੇ ਅੰਦਰ ਜਿਹੜੇ ਤਾਮਸੀ ਨੇ, ਗੁੱਸੇ 'ਚ ਆ ਕੇ ਰੁਪਈਆ ਮਾਰਿਆ ਵਗਾ ਕੇ ਮੱਥੇ ਮੰਗਤੇ, ਚੱਲ ਤੁਰਦਾ ਲਾਗੇ ਤੂੰ ਰੋਟੀ ਵਗਾ ਕੇ ਮਾਰਨੀ, ਫੜ ਗਾਲੀ ਪਿਆ ਹੋਇਆ, ਉਹ ਦਾਨ ਨਹੀਂ ਮੰਨਿਆ ਜਾਂਦਾ। ਇੱਕ ਰਜੋਗੁਣੀ ਦਾਤੇ ਨੇ ਜਿਹੜੇ ਵਡਿਆਈ ਲਈ ਬਹੁਤ ਖਲਾਰਾ ਪਾ ਦਿੰਦੇ ਲੋਕਾਂ 'ਚ, ਜਿਵੇਂ ਤੁਰੀ ਜਾਂਦੀ ਸੰਗਤ ਨਗਰ ਕੀਰਤਨਾਂ ਦੇ ਵਿੱਚ ਕਸੋਰੇ ਡੂਨੇ ਪੱਤੇ ਖਿਲਾਰ ਦਿੱਤੇ ਦੂਰ ਤੱਕ ਆਪਦੇ ਘਰ ਦੇ ਮੂਹਰੇ, ਆਪੇ ਅਖਬਾਰ 'ਚ ਦੇਣਾ ਫਲਾਣੇ ਨੇ ਇੰਨੇ ਕੀਤੇ, ਆਹ ਕੀਤੇ, ਉਹ ਰਾਜਸੀ ਹੈ। ਇੱਕ ਸਤੋਗੁਣੀ ਪੁਰਸ਼ ਨੇ ਜਿਹੜੇ ਸੁਭਾਵਕ ਦਾਨ ਦਿੰਦੇ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ, ਜਿਹਦਾ ਦਾਨ ਦਿਖ ਜਾਂਦਾ ਉਹਦਾ ਪੁੰਨ ਤਾਂ ਸਾਹਮਣੇ ਹੀ ਹੈ, ਉਹਦੀ ਵਡਿਆਈ ਹੋ ਗਈ। ਪਰ ਜਿਹਦਾ ਦਾਨ ਗੁਪਤ ਰੂਪ ਵਿੱਚ ਹੈ, ਸ਼ਾਂਤ ਕੀ ਦਾਨ ਹੈ, ਉਹਦੇ ਬਦਲੇ ਕੋਈ ਇੱਛਾ ਵੀ ਨਹੀਂ ਕੀਤੀ, ਵੰਡ ਛਕੋ ਵਿੱਚ ਚੱਲਿਆ ਹੈ, ਉਹ ਹੈ ਸਭ ਤੋਂ ਸ਼੍ਰੋਮਣੀ। ਹੁਣ ਜਿਹੜੇ ਦਾਤੇ ਲੋਕ ਹੁੰਦੇ ਨੇ ਉਹਨਾਂ ਦੇ ਦਰਵਾਜ਼ਿਆਂ 'ਚ ਜਾ ਕੇ ਜਿਵੇਂ ਹਰ ਇੱਕ ਸਵਾਲੀ ਲੋਕ ਆਪਣੀ ਲੋੜ ਅਨੁਸਾਰ ਚੀਜ਼ਾਂ ਮੰਗ ਕੇ ਕੁਝ ਵੀ ਮੁਰਾਦ ਆਪਣੀ ਹਾਸਲ ਕਰਦੇ ਨੇ, ਉਹ ਪਰਮੇਸ਼ਰ ਦਾਤੇ ਪਾਸੋਂ ਵੀ ਕੋਈ ਸਵਾਲ ਪੁਰਸ਼ ਕਰਕੇ ਮੰਗਦੇ ਹੋਣੇ ਵੀ ਆਹ ਦਿਓ ਆਹ ਦਿਓ। ਮਹਾਰਾਜ ਕਹਿੰਦੇ ਕੇਤੇ ਮੰਗ ਹੈ ਜੋਧ ਅਪਾਰ, ਕਹਿਣ ਲੱਗੇ ਕਿਤੇ ਇੱਕ ਮੰਗ, ਬੇਅੰਤ ਰੂਪ ਪਰਮਾਤਮਾ ਪਾਸੋਂ ਕਿਤਨੇ ਹੀ ਜੰਗ ਕਰਨ ਵਾਲੇ ਪੁਰਸ਼ ਬੇਅੰਤ ਯੋਧੇ ਸੂਰਮੁਗਤੀ ਮੰਗਦੇ ਨੇ। ਦੇਹ ਸ਼ਿਵਾ ਬਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬਹੁ ਨ ਟਰੋ, ਹੇ ਰਬ ਹੇ ਸਸੇ ਕਰੁਣਾਨਿਧ ਮੇਰੀ ਅਬੈ ਬੇਨਤੀ ਸੁਣ ਲੀਜੈ, ਔਰ ਨ ਮੰਗਤ ਹੂੰ ਤੁਮ ਤੇ ਕਛ ਚਾਹਤ ਹੂੰ ਚਿਤ ਮੈਂ ਸੋਈ ਕੀਜੈ। ਇਹ 10ਵੇਂ ਪਾਤਸ਼ਾਹ ਨੇ ਕਿਹਾ ਵੀ ਇਉਂ ਪਰਮਾਤਮਾ ਤੋਂ ਮੰਗਣਾ, ਜੰਗ ਲਈ ਮੰਗਦੇ ਨੇ। ਸ਼ੁਰੂ ਤੋਂ ਲੈ ਕੇ ਜਦ ਵੀ ਜੰਗ ਹੋਇਆ ਪਹਿਲਾਂ ਪਰਮਾਤਮਾ ਦੀ ਆਰਾਧਨਾ ਕਰਦੇ ਨੇ। ਜਦ ਰਾਮਚੰਦਰ ਜੀ ਨੇ ਲੰਕਾ ਤੇ ਚੜ੍ਹਾਈ ਕਰਨੀ ਸੀ, ਪਹਿਲਾਂ ਬੈਠ ਕੇ ਸ਼ਸਤਰਾਂ ਦੀ ਸਾਰੇ ਇਸ਼ਨਾਨ ਕਰਾ ਕੇ, ਸ਼ਸਤਰ ਸਜਾ ਕੇ, ਉਹਨਾਂ ਤੇ ਫੁੱਲਾਂ ਦੀ ਮਾਲਾ ਪਾ ਕੇ ਫਿਰ ਪਰਮਾਤਮਾ ਦਾ ਆਰਾਧਨ ਕੀਤਾ। ਫਿਰ ਪਰਮਾਤਮਾ ਦੀ ਜੋ ਸ਼ਕਤੀ ਹੈ, ਮਹਾ ਸ਼ਕਤੀ ਅਕਾਲ ਸ਼ਕਤੀ ਦੀ ਆਰਾਧਨਾ ਕੀਤੀ। ਜੋ ਜੰਗ ਦੀ ਦੇਵੀ ਚੰਡਿਕਾ ਹੈ ਉਹਦੀ ਆਰਾਧਨਾ ਕੀਤੀ ਕਿ ਤੁਸੀਂ ਮੈਨੂੰ ਵਰ ਦਿਓ ਅਸੀਂ ਜਿੱਤ ਸਕੀਏ। ਸੋ ਇਸ ਤਰੀਕੇ ਨਾਲ ਕੇਤੇ ਮੰਗੈ ਜੋਧ ਅਪਾਰ, ਪਾਰਾਵਾਰ ਤੋਂ ਰਹਿਤ ਬਹੁਤ ਜ਼ਿਆਦਾ ਯੋਧੇ ਮੰਗਦੇ ਨੇ ਪਰਮਾਤਮਾ ਤੋਂ। ਸੋ ਕਿਤਨੇ ਹੀ ਪੁਰਸ਼ ਜੋਧ ਨਾਮ ਜੋਦੜੀਆਂ ਭਾਵ ਸੇਵਾ ਟਹਿਲ ਜਪ ਤਪ ਰੂਪ ਜੋਦੜੀ ਮੰਗਦੇ ਨੇ, ਉਹਨਾਂ ਨੂੰ ਪਰਮਾਤਮਾ ਉਹੀ ਦੇਈ ਜਾਂਦਾ। ਕਿੰਨੇ ਹੀ ਗੁਰਸਿੱਖੀ ਦੇ ਪਿਆਰ ਵਾਲੇ ਗੁਰਮੁਖ ਬੰਦੇ ਜਿਹੜੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਯੋਧਿਆਂ ਦਾ ਨਾਸ਼ ਕਰਨਾ ਮੰਗਦੇ ਨੇ ਵੀ ਮਹਾਰਾਜ ਮੇਰੀ ਜੰਗ ਚੱਲ ਰਹੀ ਉਹਨਾਂ ਦੇ ਨਾਲ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦੇ ਵੀ ਆਕਾਰ ਨੇ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਕਹਿਣ ਲੱਗੇ, ਕਹਿੰਦੇ ਇੱਕ ਵਾਰੀ ਮੇਰੇ ਅੱਗੇ ਇਹ ਪੰਜੇ ਖੜ ਕੇ ਆ ਕੇ, ਉਹ ਜਿਹੜੇ ਆਕਾਰ ਨੇ ਇਹਨਾਂ ਦੈਂਤਾਂ ਵਰਗੇ। ਕਹਿੰਦੇ ਤੁਸੀਂ ਕੌਣ ਹੋ? ਕਹਿੰਦੇ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ। ਕਹਿੰਦੇ ਬੜੇ ਭਿਆਨਕ ਸ਼ਕਲਾਂ ਇਹਨਾਂ ਦੀਆਂ। ਕਹਿੰਦੇ ਤੁਸੀਂ ਮੇਰੇ ਕੋਲ ਕੀ ਲੈਣ ਆਏ ਹੋ? ਕਹਿੰਦੇ ਅਸੀਂ ਤਾਂ ਤੁਹਾਡੇ ਦਰਸ਼ਨ ਹੀ ਕਰਨ ਆਏ ਹਾਂ, ਤੁਸੀਂ ਬ੍ਰਹਮ ਗਿਆਨੀ ਹੋ। ਕਹਿਣ ਲੱਗੇ ਤੁਸੀਂ ਪਰੇਸ਼ਾਨ ਬਹੁਤ ਕਰਦੇ ਹੋ ਹਰ ਇੱਕ ਜਗਿਆਸੂ ਨੂੰ, ਲੋਕਾਂ ਨੂੰ। ਕਹਿੰਦੇ ਜੀ ਸਾਨੂੰ ਪ੍ਰਮਾਤਮਾ ਦਾ ਹੁਕਮ ਹੈ ਕਿ ਮੇਰੇ ਤੱਕ ਆਉਣ ਤੋਂ ਪਹਿਲਾਂ ਤੁਸੀਂ ਪੰਜਾਂ ਨੇ ਪਰਖਣਾ ਹੈ, ਜਿਹੜਾ ਤੁਹਾਨੂੰ ਪੰਜਾਂ ਨੂੰ ਢਾਹ ਲਊਗਾ ਉਹ ਹੀ ਮੇਰੇ ਤੱਕ ਆਊਗਾ। ਸੋ ਇਸ ਕਰਕੇ ਇਹਨਾਂ ਪੰਜਾਂ ਯੋਧਿਆਂ ਦੇ ਨਾਲ ਜੰਗ ਕਰਨਾ ਪੈਂਦਾ। ਪਹਿਲਾਂ ਜੇ ਕੋਈ ਮੰਗੇ ਕਿ ਮਹਾਰਾਜ ਮੈਨੂੰ ਸ਼ਕਤੀ ਦਿਓ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਓ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛੁਡਾਵੋ, ਇਹ ਭੀਤਰ ਤੇ ਇਨਕੋ ਡਾਰੋ ਆਪਨ ਨਿਕਟ ਬੁਲਾਵੋ। ਮਹਾਰਾਜ ਕਹਿੰਦੇ ਹਰ ਜਨ ਮੰਗਲ ਗਾਵੋ, ਵਾਹਿਗੁਰੂ ਵਾਹਿਗੁਰੂ ਕਰੋ, ਤੇਰੇ ਤੋਂ ਨਹੀਂ ਜਿੱਤੇ ਜਾਣੇ, ਆਪਾਂ ਨਹੀਂ ਜਿੱਤ ਸਕਦੇ। ਆਸਰਾ ਵਾਹਿਗੁਰੂ ਦਾ, ਜਿਹਨੇ ਵਾਹਿਗੁਰੂ ਦਾ ਆਸਰਾ ਲਿਆ ਉਹਨੇ ਜਿੱਤ ਲਏ ਨੇ। ਚਾਰ ਵਰਨ ਚੌਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਨੇ ਪੰਚੋਈ ਉਮੇ ਛਲੀ ਰੇ, ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਜ਼ਾਰੇ ਸੋ ਪੂਰਾ ਇਹ ਕਲੀ ਰੇ, ਵੱਡੀ ਕੌਮ ਵਸ ਭਾਗੈ ਨਾਹੀ ਮੋਹਕਮ ਫੌਜ ਹਠਲੀ ਰੇ। ਇਸ ਕਰਕੇ ਯੋਧੇ ਮੰਗਦੇ ਨੇ ਉਹ ਯੋਧਿਆਂ ਨੂੰ ਦਿੰਦਾ।
और फिर होर कौन मंगदा है, केतिया गणत नहीं विचार। कई ਉਹਦੇ ਦਰ ਤੋਂ ਗਣਤ ਕਰਨਾ ਮੰਗਦੇ ਨੇ, ਵਿਚਾਰ ਕਰਨਾ ਮੰਗਦੇ ਨੇ। ਉਹਨਾਂ ਦੀ ਗਿਣਤੀ ਕੋਈ ਨਹੀਂ, ਕਿੰਨੇ ਕੁ ਵਿਚਾਰ ਕਰਨਾ ਮੰਗਦੇ ਨੇ। ਵਿਚਾਰ ਕਰਨ ਦੀ ਦਾਤ ਦਿੰਦਾ ਉਹਨਾਂ ਨੂੰ ਗਣਤ। ਜੋਤਿਸ਼ ਨੂੰ ਵੀ ਕਹਿੰਦੇ ਨੇ ਗਣਤ, ਹਿਸਾਬ ਕਿਤਾਬ ਨੂੰ ਵੀ ਕਹਿੰਦੇ ਨੇ ਕਿ ਮੈਂ ਬਹੁਤ ਮੇਰਾ ਦਿਮਾਗ ਹੋਵੇ। ਆਹ ਸਾਰਾ ਕੁਝ ਅੱਜ ਕੱਲ੍ਹ ਗਣਤ ਹੀ ਤਾਂ ਹੈ। ਮੈਥ ਮੰਗਦੇ ਨੇ, ਮੈਥ ਦੀ ਪੜ੍ਹਾਈ ਆ ਜਾਵੇ, ਮੈਨੂੰ ਵੱਡਾ ਇੰਜੀਨੀਅਰ ਬਣ ਜਾਵਾਂ ਮੈਂ, ਜਿਵੇਂ ਵਿਸ਼ਵਕਰਮਾ ਵਰਗਿਆਂ ਨੇ ਮੰਗਿਆ, ਉਹ ਵੀ ਮੰਗਦੇ ਨੇ। ਕਈ ਐਸੇ ਵੀ ਲੋਕ ਨੇ ਵਿਚਾਰ ਨੂੰ ਨਹੀਂ ਮੰਗਦੇ, ਉਹਨਾਂ ਦੀ ਵੀ ਕੁਝ ਗਿਣਤੀ ਨਹੀਂ। ਪ੍ਰਮਾਤਮਾ ਉਹਨਾਂ ਨੂੰ ਵੀ ਅਵਿਚਾਰ ਹੀ ਦਿੰਦਾ ਹੈ। ਕੇਤਿਆਂ ਗਣਤਨ ਹੀ ਵਿਚਾਰ। ਕਈ ਪੁਰਸ਼ ਜਿਹੜੇ ਗਿਣਤੀ ਦਾ ਵਿਚਾਰ ਮੰਗਦੇ ਹੀ ਰਹਿੰਦੇ ਨੇ ਪ੍ਰਮਾਤਮਾ ਪਾਸ, ਉਹਨਾਂ ਨੂੰ ਪ੍ਰਮਾਤਮਾ ਉਹੀ ਜੀ ਵਿਚਾਰ ਦਿੰਦਾ, ਕੇਤਿਆ ਗਣਤ ਨਹੀਂ ਵਿਚਾਰ। ਸੋ ਇਸ ਕਰਕੇ ਮੰਗਣ ਵਾਲਿਆਂ ਦਾ ਤਾਂ ਕੋਈ ਅੰਤ ਹੀ ਨਹੀਂ ਹੈ। ਕੇਤੇ ਖਪ ਟੁੱਟ ਹੈ ਵੇਕਾਰ। ਕਿੰਨੇ ਜੀਵ ਨੇ ਜਿਹੜੇ ਵਿਸ਼ੇ ਵਿਕਾਰਾਂ ਨੂੰ ਮੰਗਦੇ ਤੇ ਇਹਨਾਂ ਦੇ ਵਿੱਚ ਹੀ ਖਪ ਕੇ ਟੁੱਟ ਕੇ ਮਰ ਜਾਂਦੇ ਨੇ, ਵਿਕਾਰਾਂ ਦੇ ਵਿੱਚ। ਉਹ ਵਿਕਾਰਾਂ ਵਿੱਚ ਖਪਾ ਦਿੰਦਾ ਪਰਮੇਸ਼ਰ ਉਹਨਾਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਵਿਕਾਰਾਂ ਦੇ ਵਿੱਚ ਜਿਹੜੇ ਜੀਵ ਲੱਗ ਜਾਂਦੇ ਨੇ, ਬਿਨਾਂ ਸੰਤੋਖ ਨਹੀਂ ਕੋ ਰਾਜੈ। ਸੰਤੋਖ ਹੋ ਜੇ ਤਾਂ ਭਾਵੇਂ ਕੋਈ ਰੱਜ ਜੇ, ਨਹੀਂ ਤਾਂ ਇਹ ਤਾਂ ਤ੍ਰਿਸ਼ਨਾ ਦੀ ਅੱਗ ਹੈ, ਵਿਕਾਰਾਂ ਦੀ, ਖਾਣ ਪੀਣ ਪਹਿਰਨ ਦੀ। ਇਹਨੂੰ ਰੁਕਾਵਟ ਪਾਉਣੀ ਪੈਂਦੀ ਹੈ। ਆਪਾਂ ਦੁਨੀਆ ਦੇ ਮਗਰ ਚੱਲ ਪੈਂਦੇ ਹਾਂ, ਮਨ ਨੂੰ ਰੋਕ ਲੈਣਾ। ਬਹੁਤ ਸਾਰੇ ਲੋਕ ਭੱਜੇ ਜਾਂਦੇ ਨੇ। ਇੱਕ ਬੰਦਾ ਖੜਾ ਦੇਖਿਆ ਵੀ ਭੱਜੇ ਜਾਂਦੇ, ਉਹ ਵੀ ਨਾਲ ਹੀ ਭੱਜ ਲਿਆ। ਤੁਰੇ ਤੁਰੇ ਜਾਂਦੇ ਪੁੱਛਿਆ ਤੁਸੀਂ ਕਿੱਧਰ ਚੱਲੇ ਹੋ, ਕਹਿੰਦਾ ਪਤਾ ਨਹੀਂ। ਉਹ ਇੱਕ ਬੰਦਾ ਭੱਜਿਆ ਜਾਂਦਾ, ਉਹਦੇ ਮਗਰ ਦੂਜਾ, ਉਹਦੇ ਮਗਰ ਤੀਜਾ। ਸਭ ਤੋਂ ਅਗਲੇ ਬੰਦੇ ਨੂੰ ਪੁੱਛਿਆ ਤੂੰ ਭੱਜਿਆ ਜਾਂਦਾ? ਉਹ ਕਹਿੰਦਾ ਮੈਂ ਤਾਂ ਵੈਸੇ ਹੀ ਆਪਣੀ ਸਿਹਤ ਵਾਸਤੇ ਦੌੜ ਲਾ ਰਿਹਾ ਸੀ। ਕਹਿੰਦੇ ਮੇਰੇ ਮਗਰ ਦੌੜ ਲੈ, ਪਤਾ ਨਹੀਂ ਕਿਉਂ ਦੌੜ ਜਾਂਦੇ। ਇਸੇ ਤਰ੍ਹਾਂ ਦੁਨੀਆ ਦੇ ਲੋਕਾਂ ਦੀ ਇੱਕ ਬਿਰਤੀ ਬਣ ਗਈ ਆ। ਜਿਸ ਕੰਮ ਲਈ ਮਨੁੱਖ ਆਇਆ ਸੀ ਉਹ ਤਾਂ ਛੱਡ ਦਿੱਤਾ। ਜਿਹੜੀ ਦੌੜ ਵਿੱਚ ਆਪਾਂ ਸ਼ਾਮਲ ਹੋਣਾ ਸੀ ਉਹ ਛੱਡ ਦਿੱਤੀ। ਦੌੜ ਕਿਹੜੀ ਹੋ ਗਈ? ਮੈਂ ਉਹ ਤੋਂ ਜ਼ਿਆਦਾ ਪੈਸੇ ਕਮਾਉਣੇ ਆ, ਮੈਂ ਉਹ ਤੋਂ ਜ਼ਿਆਦਾ ਘਰ ਬਣਾਉਣੇ ਆ, ਮੈਂ ਉਹ ਤੋਂ ਵਧੀਆ ਬਣਾ, ਫਲਾਨੇ ਤੋਂ ਜ਼ਿਆਦਾ ਜ਼ਮੀਨ ਮੈਂ ਬਣਾ ਲਵਾਂ, ਫਲਾਨੇ ਮੇਰੇ 'ਚ ਆਹ ਗੁਣ ਹੋਣਗੇ। ਅਗਿਆਨਤਾ ਛਾ ਗਈ ਬੰਦੇ ਦੇ ਅੰਦਰ। ਜਿਹੜੇ ਬੰਦਿਆਂ ਨੇ ਅੱਜ ਤੱਕ ਦੁਨੀਆ ਦੇ ਵਿੱਚ ਇੰਨਾ ਕੁਝ ਬਣਾਇਆ ਸੀ ਸਤਿਯੁਗ ਤੋਂ ਲੈ ਕੇ, ਉਹਨਾਂ ਦਾ ਨਾਂ ਕੀ ਹੈ? ਮੂਰਖ ਰਾਵਣ ਕਿਆ ਲੈ ਗਿਆ। ਮਹਾਰਾਜ ਕਹਿੰਦੇ ਦੇਖੋ ਬਣਾਉਣਾ ਕੋਈ ਖਾਸ ਗੱਲ ਨਹੀਂ ਹੈ। ਜੇ ਸਿਕੰਦਰ ਦੀ ਮਾਤਾ ਉਹਦੀ ਕਬਰ ਤੇ ਬਹਿ ਕੇ ਰੋਂਦੀ ਸੀ, ਪਰਮਾਤਮਾ ਦੀ ਆਕਾਸ਼ਬਾਣੀ ਹੋਈ, ਕਹਿੰਦੇ ਮਾਤਾ ਕਿਹੜੇ ਸਿਕੰਦਰ ਨੂੰ ਰੋਂਦੀ ਹੈ? ਇੱਥੇ ਤਾਂ ਇੱਕ ਕਦਮ ਚੱਕ ਕੇ ਰੱਖੀਏ ਰਾਜੇ ਦੀ ਕਬਰ ਹੈ, ਦੂਜਾ ਕਦਮ ਰੱਖੀਏ ਵਜ਼ੀਰ ਦੀ ਕਬਰ ਹੈ। ਦੁਨੀਆ ਤੇ ਤਾਂ ਇੰਨੇ ਰਾਜੇ ਮਹਾਰਾਜੇ ਵਜ਼ੀਰ ਹੋ ਕੇ ਚਲੇ ਗਏ ਨੇ। ਇਹ ਜਿਹੜੀ ਦੌੜ ਵਿੱਚ ਆਪਾਂ ਜਿੱਤਣਾ ਚਾਹੁੰਦੇ ਹਾਂ ਕਿ ਇੱਥੇ ਪਹਿਲਾਂ ਲੋਕ ਘੱਟ ਹੋਏ ਨੇ ਦੁਨੀਆ 'ਚ। ਜੇ ਆਪਾਂ ਗੁਰਮਤ ਲਈਏ, ਗੁਰਸਿੱਖ ਬਣੀਏ, ਫਿਰ ਪਾਪਾਂ ਬਾਝੋਂ ਹੋਵੇ ਨਾਹੀਂ, ਮੋਇਆ ਸਾਥ ਨਾ ਜਾਈ। ਫਿਰ ਉਸ ਦੌੜ ਵਿੱਚ ਪੈਸਾ ਵਧਾਉਣ ਲਈ ਪਾਪ ਹੀ ਹੁੰਦਾ ਸਿਰਫ, ਅਤੇ ਲੇਖਾ ਹੀ ਲੇਖਾ ਹੈ। ਬਾਅਦ ਵਿੱਚ ਉੱਥੇ ਕੁਝ ਵੀ ਨਹੀਂ ਹੁੰਦਾ ਔਰ ਜ਼ਿੰਦਗੀ ਸਾਡੀ ਬੇਕਾਰ ਲੰਘ ਜਾਂਦੀ। ਅੰਤਮ ਸਮੇਂ ਤੇ ਜਦੋਂ ਸੋਝੀ ਆਉਂਦੀ ਆ ਉਦੋਂ ਨੂੰ ਸਾਰਾ ਕੁਝ ਖਤਮ ਹੋ ਚੁੱਕਿਆ ਹੁੰਦਾ। ਇਸ ਕਰਕੇ ਸੰਸਾਰੀ ਦੌੜ ਨੂੰ ਛੱਡ ਕੇ ਉਸ ਪਾਸੇ ਨੂੰ ਚੱਲੀਏ ਜਿਸ ਰਸਤੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਤੋਰਿਆ ਆਪਾਂ ਨੂੰ। ਮਹਾਰਾਜ ਕਹਿੰਦੇ ਜੇ ਮੰਨਣ ਕਰੇ ਨਾਮ ਦਾ, ਮੰਨੈ ਮਾਗ ਨਾ ਚੱਲੈ ਪੰਥ। ਫਿਰ ਉਹ ਹੋਰ ਗਲਤ ਰਸਤਿਆਂ ਤੇ ਨਹੀਂ ਚੱਲਦਾ ਜੇ ਨਾਮ ਦਾ ਮੰਨਣ ਕਰੇ। ਇਸ ਕਰਕੇ ਜਿਹੜੇ ਨਾ ਕੇਤੇ ਖਾਪ ਟੁੱਟ ਹੈ ਵੇਕਾਰ। ਹੁਣ ਦੂਜੇ ਪੱਖ 'ਚ ਕਹਿੰਦੇ ਨੇ ਕਿਤਨੇ ਹੀ ਗੁਰਸਿੱਖੀ ਦੇ ਪਿਆਰ ਵਾਲੇ ਗੁਰਮੁਖ ਜਿਹੜੇ ਨੇ ਉਹ ਵਿਸ਼ੇ ਵਿਕਾਰ ਜੋ ਖਪਾਉਣ ਵਾਲੇ ਨੇ, ਇਹਨਾਂ ਦਾ ਟੁੱਟਣਾ ਅਰਥਾਤ ਅਭਾਵ ਕਰਨਾ ਮੰਗਦੇ ਨੇ। ਮਹਾਰਾਜ ਇਹ ਸਾਰੇ ਵਿਕਾਰ ਟੁੱਟ ਜਾਣ, ਮੇਰੇ ਅੰਦਰੋਂ ਖਤਮ ਹੋ ਜਾਣ। ਇੱਕ ਉਹ ਲੋਕ ਨੇ ਜਿਨ੍ਹਾਂ ਨੂੰ ਵਿਕਾਰ ਤੋੜਦੇ ਨੇ, ਇੱਕ ਉਹ ਲੋਕ ਨੇ ਜਿਹੜੇ ਵਿਕਾਰਾਂ ਨੂੰ ਤੋੜਦੇ ਨੇ। ਆਪਾਂ ਵਿਕਾਰਾਂ ਨੂੰ ਤੋੜਨ ਵਾਸਤੇ ਬੇਨਤੀ ਕਰੀਏ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅੰਗਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਕੇਤੇ ਲੈ ਲੈ ਮੁਕਰ ਪਾਹਿ
ਹੁਣ ਕਿੰਨੇ ਬੰਦੇ ਇਹ ਜਿਹੇ ਨੇ ਜਿਹੜੇ ਦੂਜਿਆਂ ਕੋਲੋਂ ਚੀਜ਼ਾਂ ਲੈ ਕੇ ਮੁੱਕਰ ਜਾਂਦੇ ਨੇ। ਸੁਥਰੇ ਸ਼ਾਹ ਮੁੱਕਰ ਗਿਆ ਸੀ ਮਠਿਆਈ ਖਾ ਕੇ, ਜਿਵੇਂ ਉੱਥੇ ਹੀ ਪੰਗਤੀ ਪੜ੍ਹਨ ਲੱਗ ਗਿਆ। ਮਹਾਰਾਜ ਨੇ ਬਾਣੀ 'ਚ ਲਿਖਿਆ, ਕੇਤੇ ਲੈ ਲੈ ਮੁੱਕਰ ਪਾਹੇ। ਮਹਾਰਾਜ ਵੇਲੇ ਇੱਕ ਲਾਹੌਰਾ ਸਿੰਘ ਤੇ ਮਾਲਾ ਸਿੰਘ ਵੀ ਹੋਏ ਨੇ, ਮਹਾਰਾਜ ਦੇ ਗੁਰਸਿੱਖ ਸੀ। ਇਸ ਤਰੀਕੇ ਨਾਲ ਲਾਹੌਰਾ ਸਿੰਘ ਨੇ ਰੁਪਈਏ ਮੰਗੇ, ਉਹਨੂੰ ਲੋੜ ਸੀ, ਮਾਲਾ ਸਿੰਘ ਨੇ ਦੇ ਦਿੱਤੇ। ਪਰ ਸਮਾਂ ਲੰਘਿਆ, ਪੈਸੇ ਮੰਗੇ, ਉਹ ਕਹਿੰਦਾ ਕਿਹੜੇ ਪੈਸੇ, ਮੈਂ ਤਾਂ ਲਏ ਹੀ ਨਹੀਂ। ਕਹਿਣ ਲੱਗੇ ਭਾਈ ਤੂੰ ਮੈਥੋਂ ਲਏ ਸੀ, ਇੰਨੇ ਪੈਸੇ ਲਏ ਸੀ, ਇਸ ਵਕਤ ਲਏ ਸੀ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਸਵੇਰੇ ਸਵੇਰੇ ਕੇਸੀ ਇਸ਼ਨਾਨ ਉਦਣ ਕੀਤਾ। ਆਪਣੇ ਸੋ ਜੋ ਅਸਥਾਨ ਨੇ ਮਹਾਰਾਜ ਦੇ ਗੁਰੂ ਕੇ ਮਹਿਲ ਸ੍ਰੀ ਅਨੰਦਪੁਰ ਸਾਹਿਬ, ਉਹ ਉੱਪਰਲੀ ਮੰਜ਼ਲ ਤੇ ਟਹਿਲ ਰਹੇ ਸੀ, ਨਾਲੇ ਨਿਤਨੇਮ ਹੋ ਰਿਹਾ ਸੀ ਅੰਮ੍ਰਿਤ ਵੇਲੇ। ਉਹ ਸਵੇਰੇ ਸਵੇਰੇ 4-5 ਵਜੇ ਜਾ ਕੇ ਇਹ ਰੌਲਾ ਸ਼ੁਰੂ ਹੋ ਗਿਆ, ਮੇਰੇ ਪੈਸੇ ਦਿਓ। ਉਹ ਕਹਿੰਦਾ ਮੈਂ ਮਹਾਰਾਜ ਨੂੰ ਦੱਸੂਗਾ। ਅੱਗੇ ਉਹਨੇ ਪੰਗਤੀ ਪੜ੍ਹਤੀ, ਲੇਖਾ ਕੋਈ ਨਾ ਪੁੱਛੇ ਜਾਂ ਗੁਰਬਖਸ਼ ਸੰਦਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਚੀ ਆਵਾਜ਼ ਵਿੱਚ ਕਿਹਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਬੰਦਾ ਬਣ ਕੇ ਪੈਸੇ ਦੇ ਦੇ। ਫਿਰ ਸੁਥਰੇ ਸ਼ਾਹ ਵੀ ਮੁੱਕਰ ਗਿਆ ਮਠਿਆਈਆਂ ਖਾ ਕੇ ਦੁਕਾਨਦਾਰ ਤੋਂ, ਕਹਿੰਦਾ ਪੈਸੇ ਕਾਹਦੇ, ਮਹਾਰਾਜ ਨੇ ਲਿਖਿਆ ਕੇਤੇ ਲੈ ਲੈ ਮੁੱਕਰ ਪਾਏ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਨੀਆ ਅੰਦਰ ਕਿੰਨੇ ਲੋਕ ਮਹਾਰਾਜ ਤੋਂ, ਰੱਬ ਤੋਂ ਲੈ ਕੇ ਹੀ ਮੁੱਕਰ ਜਾਂਦੇ ਨੇ। ਪਹਿਲਾਂ ਤਰਲੇ ਮਿੰਨਤਾਂ, ਜੀ ਅਖੰਡ ਪਾਠ ਕਰਾਵਾਂਗਾ ਜੀ, ਆਹ ਕਰਾਵਾਂਗਾ ਜੀ, ਫਿਰ ਮੈਂ ਆਹ ਸੇਵਾ ਕਰਾਂਗਾ, ਬਾਅਦ ਮੁੱਕਰ ਜਾਣ। ਲੈ ਮਹਾਰਾਜ ਨੇ ਬੜਾ ਕੁਛ ਕੀਤਾ, ਮੈਂ ਤਾਂ ਆਪਣੀ ਮਿਹਨਤ ਨਾਲ ਬਣਾਇਆ, ਉਹ ਵੀ ਮੁੱਕਰ ਗਿਆ। ਪਰਮਾਤਮਾ ਤੋਂ ਇੰਨਾ ਕੁਛ ਲੈ ਕੇ ਬੰਦਾ ਮੁੱਕਰ ਜਾਂਦਾ। ਸਤਿਗੁਰੂ ਮਹਾਰਾਜ ਕਹਿੰਦੇ ਵੀ ਬੰਦਿਆਂ ਦੇ ਸੁਭਾਅ ਹੀ ਨੇ, ਲਈ ਜਾਂਦੇ ਨੇ, ਮੁੱਕਰੀ ਜਾਂਦੇ ਨੇ। ਕਿਤਨੇ ਹੀ ਗੁਰਮੁਖ ਮਹਾਤਮਾ ਵੇਦ ਸ਼ਾਸਤਰ ਰੂਪ ਮੁਕਰ ਨਾਮ ਸ਼ੀਸ਼ੇ ਦਾ ਵੀ ਹੈ। ਸ਼ੀਸ਼ੇ ਨੂੰ ਲੈ ਕੇ ਪਰਮੇਸ਼ਰ ਵਿੱਚ ਲੀਨ ਹੋਣਾ ਪਾਉਂਦੇ ਨੇ। ਇਹ ਇੱਕ ਅੰਗੀ ਢੰਗ ਦੇ ਅਰਥ ਹੁੰਦੇ ਨੇ, ਇੱਕ ਸਿਰਫ ਇਸ਼ਾਰਾ ਮਾਤਰ ਅਰਥ ਲੈਣਾ ਵਿੱਚੋਂ। ਇਹ ਜਿਵੇਂ ਕਟਾਕਸ਼ ਦੇ ਅਰਥ ਨੇ, ਵਿਦਵਾਨ ਲੋਕਾਂ ਲਈ ਨੇ। ਕਿਉਂਕਿ ਇੱਕ ਤੇ ਸਿੱਧੀ ਸਾਦੀ ਕਥਾ, ਜਿਵੇਂ ਅੱਜ ਕੱਲ ਕੀਰਤਨ ਵਾਲੇ ਸਿੱਧਾ ਕੀਰਤਨ ਕਰਦੇ ਨੇ, ਸਾਰਿਆਂ ਨੂੰ ਸਮਝ ਲੱਗਦੀ, ਸਾਰੇ ਝੂਮਦੇ ਨੇ। ਇੱਕ ਉਹ ਕੀਰਤਨ ਜੋ ਰਾਗਾਂ ਵਿੱਚ ਗਾਇਨ ਕੀਤਾ ਜਾਂਦਾ, ਉਹਦੇ ਸੁਣਨ ਵਾਲੇ ਵੀ ਥੋੜੇ ਨੇ, ਉਹ ਕਰਨ ਵਾਲੇ ਵੀ ਥੋੜੇ ਨੇ। ਕਿਉਂਕਿ ਜਿਹੜੀ ਰਾਗਾਂ ਵਿੱਚ ਕੀਰਤਨ ਕਰਨਾ ਹੈ ਤੇ ਜ਼ੋਰ ਲੱਗਦਾ ਬਹੁਤ ਜ਼ਿਆਦਾ ਦਿਮਾਗ ਦਾ। ਇਸੇ ਤਰ੍ਹਾਂ ਜਿਹੜੇ ਕਟਾਕਸ਼ ਦੇ ਅਰਥ ਕਰਨੇ ਨੇ, ਇਹਨਾਂ ਵਿੱਚ ਜ਼ੋਰ ਬਹੁਤ ਜ਼ਿਆਦਾ ਲੱਗ ਜਾਂਦਾ। ਸਰੋਤੇ ਨੂੰ ਵੀ ਸਮਝ ਕਈ ਵਾਰ ਘੱਟ ਪੈਂਦੀ। ਸਰੋਤਾ ਲੰਬੇ ਸਮੇਂ ਤੱਕ ਲਗਾਤਾਰ ਸੁਣੇ ਤਾਂ ਸਮਝ ਪੈਂਦੀ ਕਈ ਚੀਜ਼ਾਂ ਦੀ। ਇਸ ਕਰਕੇ ਇਹ ਪਰ ਚੀਜ਼ਾਂ ਜੇ ਬਿਲਕੁਲ ਹੀ ਛੱਡੀ ਤੁਰੇ ਜਾਵਾਂਗੇ, ਫਿਰ ਸਭ ਕੁਝ ਹੀ ਰਹਿ ਜਾਵੇਗਾ, ਬਿਲਕੁਲ ਸਾਦਗੀ ਤੇ ਆ ਜਾਵਾਂਗੇ।